ਕਦੇ ਸੋਚਿਆ ਹੈ ਕਿ ਇੱਕ ਦਿਨ, ਸਿਰਫ ਇੱਕ ਦਿਨ, ਇੱਕ ਪੂਰੇ ਸਾਮਰਾਜ ਦੀ ਕਿਸਮਤ ਬਦਲ ਸਕਦਾ ਹੈ? ਖੈਰ, ਅੱਜ ਅਸੀਂ ਇੱਕ ਅਜਿਹੇ ਹੀ ਦਿਨ ਦੀ ਗੱਲ ਕਰਾਂਗੇ। ਤਾਰੀਖ ਸੀ 27 ਮਾਰਚ 1843। ਇੱਕ ਦਿਨ ਜਿਸ ਨੇ ਪੰਜਾਬ ਦੇ ਇਤਿਹਾਸ ਦਾ ਰੁਖ ਹਮੇਸ਼ਾ ਲਈ ਮੋੜ ਦਿੱਤਾ। ਤਾਂ ਇੱਕ ਦਿਨ, ਇੱਕ ਲੜਾਈ ਤੇ ਇੱਕ ਸਾਮਰਾਜ ਦਾ ਪਤਨ। ਪਰ ਇਹ ਕਹਾਣੀ ਸਿਰਫ ਇੱਕ ਲੜਾਈ ਦੀ ਨਹੀਂ ਹੈ। ਇਹ ਕਹਾਣੀ ਹੈ ਇੱਕ ਆਦਮੀ, ਰਾਜਾ ਸੁਚੇਤ ਸਿੰਘ ਦੀ ਹਾਰ ਦੀ, ਅਤੇ ਉਸ ਦੀ ਹਾਰ ਵਿੱਚ ਛੁਪੀ ਹੈ ਉਸ ਪੂਰੀ ਸਿਆਸੀ ਗਿਰਾਵਟ ਦੀ ਕਹਾਣੀ ਜੋ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ ਸਿੱਖ ਸਾਮਰਾਜ ਨੂੰ ਸਮਝੋ ਘੁਣ ਵਾਂਗ ਅੰਦਰੂ ਖਾ ਰਹੀ ਸੀ। ਤਾਂ ਸ਼ੁਰੂ ਕਰਦੇ ਹਾਂ ਪਹਿਲੇ ਭਾਗ ਤੋਂ। ਸੋਚ ਕੇ ਦੇਖੋ, ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਦੀ ਹਾਲਤ ਕੀ ਸੀ। ਇਹ ਬਿਲਕੁਲ ਇੱਕ ਬਾਰੂਦੀ ਢੇਰ ਵਰਗਾ ਸੀ, ਬਸ ਇੱਕ ਚੰਗਿਆੜੀ ਦੀ ਦੇਰ ਸੀ। ਇੱਕ ਪਾਸੇ ਸੀ ਪੁਰਾਣਾ ਦਰਬਾਰੀ ਸਿਸਟਮ ਜਿਸ ਦੇ ਆਪਣੇ ਅਸੂਲ, ਆਪਣੇ ਤਰੀਕੇ ਸਨ, ਤੇ ਦੂਜੇ ਪਾਸੇ ਫੌਜ ਦੀ ਤਾਕਤ ਦਿਨ-ਬ-ਦਿਨ ਵਧ ਰਹੀ ਸੀ। ਅਸਲੀ ਤਾਕਤ ਹੁਣ ਦਰਬਾਰ ਤੋਂ ਖਿੱਚ ਕੇ ਫੌਜ ਦੇ ਹੱਥਾਂ ਵਿੱਚ ਆ ਰਹੀ ਸੀ। ਅਤੇ ਇਸ ਬਦਲਦੀ ਤਾਕਤ ਦਾ ਕੇਂਦਰ ਸਨ ਪੰਚਾਇਤਾਂ। ਹੁਣ ਇਹ ਪੰਚਾਇਤਾਂ ਕੀ ਸਨ? ਇਹ ਅਸਲ ਵਿੱਚ ਫੌਜ ਦੇ ਸਿਪਾਹੀਆਂ ਦੀਆਂ ਆਪਣੀਆਂ ਕੌਂਸਲਾਂ ਸਨ। ਯਾਨੀ ਕਿ ਹੁਣ ਫੈਸਲੇ ਲਾਹੌਰ ਦਰਬਾਰ ਵਿੱਚ ਨਹੀਂ, ਬਲਕਿ ਫੌਜ ਦੇ ਆਮ ਸਿਪਾਹੀ ਲੈ ਰਹੇ ਸਨ। ਉਨ੍ਹਾਂ ਦੇ ਹੱਥ ਵਿੱਚ ਸੀ ਅਸਲੀ ਪਾਵਰ, ਤੇ ਰਾਜਾ ਸੁਚੇਤ ਸਿੰਘ ਦੀ ਸਭ ਤੋਂ ਵੱਡੀ ਤੇ ਸ਼ਾਇਦ ਆਖਰੀ ਗਲਤੀ ਯਹੀ ਸੀ। ਉਹ ਇਸ ਨਵੀਂ ਹਕੀਕਤ ਨੂੰ ਸਮਝ ਹੀ ਨਹੀਂ ਸਕਿਆ, ਤੇ ਇਹੀ ਗਲਤੀ ਉਸ ਨੂੰ ਲੈ ਡੁੱਬੀ। ਤਾਂ ਫਿਰ ਆਉਂਦਾ ਹੈ ਸਾਡਾ ਮੁੱਖ ਕਿਰਦਾਰ, ਰਾਜਾ ਸੁਚੇਤ ਸਿੰਘ। ਬਹੁਤ ਵੱਡੇ ਸੁਪਨੇ ਸਨ, ਬਹੁਤ ਉਤਸ਼ਾਹ ਸੀ। ਉਸ ਨੂੰ ਲੱਗਦਾ ਸੀ ਕਿ ਸੱਤਾ ਹਾਸਲ ਕਰਨਾ ਬਹੁਤ ਆਸਾਨ ਹੈ। ਉਸ ਦੀ ਇੱਕ ਸਿੱਧੀ-ਸਾਦੀ ਜੀ ਯੋਜਨਾ ਸੀ, ਤੇ ਉਸ ਨੂੰ ਆਪਣੀ ਯੋਜਨਾ ਤੋਂ ਵੱਧ ਭਰੋਸਾ ਸੀ ਪੈਸੇ ਦੀ ਤਾਕਤ ਤੇ। ਉਸ ਦਾ ਪਲਾਨ ਦੇਖੋ ਕਿੰਨਾ ਸਿੱਧਾ ਸੀ। ਪਹਿਲਾ, ਲਾਹੌਰ ਦੇ ਨੇੜੇ ਪਹੁੰਚੋ। ਦੂਜਾ, ਫੌਜ ਦੀਆਂ ਰੈਜੀਮੈਂਟਾਂ ਨੂੰ ਮਿਲੋ। ਤੀਜਾ, ਉਹਨਾਂ ਨੂੰ ਸੋਨੇ ਤੇ ਜ਼ਿਆਦਾ ਤਨਖਾਹ ਦਾ ਲਾਲਚ ਦਿਓ। ਤੇ ਚੌਥਾ, ਬਸ ਸੱਤਾ ਤੇ ਕਬਜ਼ਾ ਕਰ ਲਓ। ਉਸ ਨੂੰ ਪੱਕਾ ਯਕੀਨ ਸੀ ਕਿ ਫੌਜ ਦੀ ਵਫਾਦਾਰੀ ਵਿਕਾਊ ਹੈ, ਤੇ ਉਹ ਸਭ ਤੋਂ ਵੱਡਾ ਖਰੀਦਾਰ ਬਣਨ ਲਈ ਤਿਆਰ ਸੀ। ਪਰ ਇੱਥੇ ਇੱਕ ਪੇਚ ਸੀ। ਲਾਹੌਰ ਦਰਬਾਰ ਵਿੱਚ ਜਿਹੜੇ ਖਿਡਾਰੀ ਬੈਠੇ ਸਨ, ਉਹ ਵੱਖਰੀ ਮਿੱਟੀ ਦੇ ਬਣੇ ਹੋਏ ਸਨ। ਖਾਸ ਕਰਕੇ ਸੁਚੇਤ ਸਿੰਘ ਦਾ ਆਪਣਾ ਭਤੀਜਾ ਹੀਰਾ ਸਿੰਘ ਤੇ ਉਸ ਦਾ ਦਿਮਾਗ ਪੰਡਿਤ ਜੱਲਾ। ਉਹ ਪੁਰਾਣੇ ਤਰੀਕਿਆਂ ਨਾਲ ਖੇਡਣ ਵਾਲੇ ਨਹੀਂ ਸਨ। ਉਹਨਾਂ ਨੇ ਇੱਕ ਐਸੀ ਚਾਲ ਚੱਲੀ ਜਿਸ ਦੀ ਸੁਚੇਤ ਸਿੰਘ ਨੇ ਕਲਪਨਾ ਵੀ ਨਹੀਂ ਕੀਤੀ ਸੀ। ਦੇਖੋ ਕਿਵੇਂ ਸਾਰੀ ਖੇਡ ਪਲਟ ਦਿੱਤੀ ਗਈ। ਇੱਕ ਪਾਸੇ ਸੁਚੇਤ ਸਿੰਘ ਸੋਨਾ ਤੇ ਪੈਸਾ ਦਿਖਾ ਰਿਹਾ ਸੀ, ਦੂਜੇ ਪਾਸੇ ਹੀਰਾ ਸਿੰਘ ਨੇ ਇੱਕ ਬਿਲਕੁਲ ਵੱਖਰਾ ਹਥਿਆਰ ਵਰਤਿਆ, ਰਾਸ਼ਟਰਵਾਦ ਅਤੇ ਡਰ। ਉਸਨੇ ਫੌਜ ਦੀਆਂ ਪੰਚਾਇਤਾਂ ਨੂੰ ਸਿੱਧਾ ਕਿਹਾ, ਇਹ ਮੇਰਾ ਚਾਚਾ ਨਹੀਂ, ਇਹ ਅੰਗਰੇਜ਼ਾਂ ਦਾ ਏਜੰਟ ਹੈ। ਇਹ ਪੰਜਾਬ ਨੂੰ ਈਸਟ ਇੰਡੀਆ ਕੰਪਨੀ ਦੇ ਹੱਥਾਂ ਵਿੱਚ ਵੇਚ ਦੇਵੇਗਾ। ਇਹ ਇੱਕ ਮਾਸਟਰ ਸਟ੍ਰੋਕ ਸੀ। ਤੇ ਫੌਜ ਦਾ ਫੈਸਲਾ ਬਿਲਕੁਲ ਸਾਫ਼ ਸੀ। ਉਹਨਾਂ ਨੇ ਸੁਚੇਤ ਸਿੰਘ ਦੇ ਸੋਨੇ ਨੂੰ ਠੁਕਰਾ ਦਿੱਤਾ। ਉਸ ਨਾਲ ਸ਼ਾਮਿਲ ਹੋਣਾ ਤਾਂ ਦੂਰ ਦੀ ਗੱਲ, ਉਹੀ ਫੌਜੀ ਰੈਜੀਮੈਂਟਾਂ ਉਸ ਨੂੰ ਖਤਮ ਕਰਨ ਲਈ ਲਾਹੌਰ ਤੋਂ ਬਾਹਰ ਨਿਕਲ ਪਈਆਂ। ਇਹ ਸੀ ਹੀਰਾ ਸਿੰਘ ਦੀ ਕਹਾਣੀ ਦੀ ਤਾਕਤ। ਉਸਨੇ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿੱਤ ਲਈ ਸੀ। ਹੁਣ ਉਸ ਪਲ ਦੀ ਕਲਪਨਾ ਕਰੋ ਜਦੋਂ ਸੁਚੇਤ ਸਿੰਘ ਨੂੰ ਸਮਝ ਆਇਆ ਕਿ ਸਭ ਕੁਝ ਖਤਮ ਹੋ ਗਿਆ ਹੈ। ਉਸ ਦਾ ਸੱਤਾ ਤੇ ਕਬਜ਼ਾ ਕਰਨ ਦਾ ਸੁਪਨਾ ਚਕਨਾਚੂਰ ਹੋ ਚੁੱਕਾ ਸੀ। ਜਿਸ ਫੌਜ ਨੂੰ ਉਹ ਖਰੀਦਣ ਆਇਆ ਸੀ, ਉਹੀ ਉਸ ਨੂੰ ਮਾਰਨ ਆ ਰਹੀ ਸੀ। ਉਸ ਕੋਲ ਆਪਣੇ ਕੁਝ ਵਫਾਦਾਰ ਸਾਥੀਆਂ ਨਾਲ ਇੱਕ ਪੁਰਾਣੇ ਖੰਡਰ ਮਕਬਰੇ ਵਿੱਚ ਲੁਕਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਅਤੇ ਉਸ ਦੇ ਨਾਲ ਕਿੰਨੇ ਲੋਕ ਸਨ? ਸਿਰਫ 45। ਹਾਂ, ਸਿਰਫ 45 ਵਫਾਦਾਰ ਸਾਥੀ। ਇੱਕ ਪੂਰੇ ਫੌਜ ਦੇ ਸਾਹਮਣੇ ਸਿਰਫ 45 ਲੋਕ। ਇਹ ਬਹਾਦਰੀ ਸੀ ਜਾਂ ਸ਼ਾਇਦ ਕੁਝ ਹੋਰ, ਪਰ ਇਹ ਇੱਕ ਕਮਾਲ ਦੀ ਗੱਲ ਸੀ। ਤੇ ਦੂਸਰੇ ਪਾਸੇ ਲਾਹੌਰ ਦਰਬਾਰ ਨੇ ਕਿੰਨੀ ਫੌਜ ਭੇਜੀ ਸੀ? ਤਕਰੀਬਨ 20,000 ਸਿਪਾਹੀ। ਸੋਚ ਕੇ ਦੇਖੋ, 45 ਬਨਾਮ 20,000। ਇਸ ਲੜਾਈ ਦਾ ਨਤੀਜਾ ਤਾਂ ਪਹਿਲਾਂ ਹੀ ਤੈਅ ਸੀ। ਜਦੋਂ ਉਸ ਨੂੰ ਭੱਜਣ ਜਾਂ ਹਥਿਆਰ ਸੁੱਟਣ ਦੀ ਸਲਾਹ ਦਿੱਤੀ ਗਈ ਤਾਂ ਉਸਨੇ ਇੱਕ ਅਜਿਹਾ ਜਵਾਬ ਦਿੱਤਾ ਜੋ ਇਤਿਹਾਸ ਵਿੱਚ ਦਰਜ ਹੋ ਗਿਆ। ਇੱਕ ਜਵਾਬ ਜਿਸ ਵਿੱਚ ਉਸਦੇ ਡੋਗਰਾ ਰਾਜਪੂਤ ਖੂਨ ਦੀ ਸਾਰੀ ਸ਼ਾਨ ਸੀ। ਉਸਨੇ ਕਿਹਾ, ਇੱਕ ਡੋਗਰਾ ਰਾਜਪੂਤ ਸਿਰਫ ਲੜਾਈ ਵਿੱਚ ਮਰਨਾ ਜਾਣਦਾ ਹੈ, ਯਾਨੀ ਕਿ ਭੱਜਣਾ ਜਾਂ ਝੁਕਣਾ ਉਸਦੇ ਲਈ ਕੋਈ ਵਿਕਲਪ ਨਹੀਂ ਸੀ। ਉਸਨੇ ਸਨਮਾਨ ਨਾਲ ਮੌਤ ਨੂੰ ਗਲੇ ਲਗਾਉਣ ਦਾ ਫੈਸਲਾ ਕੀਤਾ। ਅਤੇ ਫਿਰ ਆਖਰੀ ਲੜਾਈ ਸ਼ੁਰੂ ਹੋਈ। ਇਹ ਇੱਕ ਬਹੁਤ ਹੀ ਬੇਰਹਿਮ ਅਤੇ ਇੱਕ ਤਰਫਾ ਮੁਕਾਬਲਾ ਸੀ। ਹੀਰਾ ਸਿੰਘ ਦੀ ਫੌਜ ਨੇ ਭਾਰੀ ਤੋਪਾਂ ਨਾਲ ਮਕਬਰੇ ਦੀਆਂ ਕੰਧਾਂ ਨੂੰ ਟਹਿ-ਟੀਰੀ ਕਰ ਦਿੱਤਾ। ਤੇ ਜਦੋਂ ਕੰਧਾਂ ਡਿੱਗੀਆਂ, ਸੁਚੇਤ ਸਿੰਘ ਤੇ ਉਸਦੇ 45 ਸਾਥੀ ਤਲਵਾਰਾਂ ਲੈ ਕੇ ਬਾਹਰ ਨਿਕਲੇ ਅਤੇ ਇੱਕ ਆਖਰੀ ਬਹਾਦਰੀ ਭਰੇ ਹਮਲੇ ਵਿੱਚ ਇੱਕ-ਇੱਕ ਕਰਕੇ ਸ਼ਹੀਦ ਹੋ ਗਏ। ਤਾਂ ਸੁਚੇਤ ਸਿੰਘ ਦੀ ਕਹਾਣੀ ਤਾਂ ਇੱਥੇ ਖਤਮ ਹੋ ਗਈ।
ਪਰ ਇਸ ਦੁਖਾਂਤ ਦਾ ਇੱਕ ਹੋਰ ਪਹਿਲੂ ਹਲੇ ਬਾਕੀ ਸੀ। ਲੜਾਈ ਤਾਂ ਮੈਦਾਨ ਵਿੱਚ ਖਤਮ ਹੋ ਗਈ, ਪਰ ਇੱਕ ਲੁਕੇ ਹੋਏ ਖਜ਼ਾਨੇ ਨੇ ਇੱਕ ਨਵੀਂ ਤੇ ਸ਼ਾਇਦ ਹੋਰ ਵੀ ਖਤਰਨਾਕ ਕੂਟਨੀਤਿਕ ਲੜਾਈ ਸ਼ੁਰੂ ਕਰ ਦਿੱਤੀ। ਕੀ ਸੀ ਇਹ ਖਜ਼ਾਨਾ? ਸੁਚੇਤ ਸਿੰਘ ਨੇ ਬੜੀ ਚਾਲਾਕੀ ਨਾਲ ਫਿਰੋਜ਼ਪੁਰ ਵਿੱਚ, ਜੋ ਉਸ ਸਮੇਂ ਅੰਗਰੇਜ਼ਾਂ ਦੇ ਕੰਟਰੋਲ ਹੇਠ ਸੀ, ਇੱਕ ਬਹੁਤ ਵੱਡੀ ਦੌਲਤ ਛੁਪਾ ਰੱਖੀ ਸੀ। ਅਸੀਂ ਗੱਲ ਕਰ ਰਹੇ ਹਾਂ 15 ਲੱਖ ਰੁਪਏ ਤੋਂ ਵੱਧ ਦੇ ਸੋਨੇ ਦੇ ਸਿੱਕਿਆਂ ਦੀ, ਤੇ ਨਾਲ ਹੀ ਪੰਨੇ, ਮੋਤੀ ਤੇ ਹੀਰਿਆਂ ਨਾਲ ਭਰੇ ਹੋਏ ਸੰਦੂਕਾਂ ਦੀ। ਉਸ ਜ਼ਮਾਨੇ ਵਿੱਚ ਇਹ ਇੱਕ ਬੇਹਿਸਾਬ ਦੌਲਤ ਸੀ। ਤੇ ਇਹੀ ਖਜ਼ਾਨਾ ਇੱਕ ਡਿਪਲੋਮੈਟਿਕ ਟਾਈਮ ਬੰਬ ਸਾਬਿਤ ਹੋਇਆ। ਕਿਉਂਕਿ ਇਹ ਅੰਗਰੇਜ਼ੀ ਇਲਾਕੇ ਵਿੱਚ ਸੀ, ਹੀਰਾ ਸਿੰਘ ਦੀ ਸਰਕਾਰ ਨੇ ਇਸ ਨੂੰ ਵਾਪਸ ਮੰਗਿਆ, ਪਰ ਅੰਗਰੇਜ਼ਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਉਹਨਾਂ ਦਾ ਕਹਿਣਾ ਸੀ ਕਿ ਇਹ ਸੁਚੇਤ ਸਿੰਘ ਦੇ ਵਾਰਸਾਂ ਦਾ ਹੈ। ਬਸ ਇਸੇ ਗੱਲ ਨੇ ਲਾਹੌਰ ਦਰਬਾਰ ਤੇ ਈਸਟ ਇੰਡੀਆ ਕੰਪਨੀ ਵਿਚਕਾਰ ਪਹਿਲਾਂ ਤੋਂ ਹੀ ਖਰਾਬ ਰਿਸ਼ਤਿਆਂ ਵਿੱਚ ਹੋਰ ਜ਼ਹਿਰ ਘੋਲ ਦਿੱਤਾ। ਤੇ ਕਈ ਇਤਿਹਾਸਕਾਰ ਮੰਨਦੇ ਹਨ ਕਿ ਇਹ ਝਗੜਾ ਵੀ ਪਹਿਲੀ ਐਂਗਲੋ-ਸਿੱਖ ਜੰਗ ਦੇ ਕਾਰਨਾਂ ਵਿੱਚੋਂ ਇੱਕ ਬਣਿਆ। ਪਰ ਜੰਗਾਂ ਦੀ ਰਾਜਨੀਤੀ ਦੀਆਂ ਵੱਡੀਆਂ-ਵੱਡੀਆਂ ਗੱਲਾਂ ਤੋਂ ਹਟ ਕੇ ਇਸ ਕਹਾਣੀ ਦਾ ਇੱਕ ਬਹੁਤ ਹੀ ਨਿੱਜੀ, ਬਹੁਤ ਹੀ ਦੁਖਦਾਈ ਪਹਿਲੂ ਵੀ ਹੈ। ਇੱਕ ਅਜਿਹਾ ਦ੍ਰਿਸ਼ ਜਿਸ ਨੂੰ ਅਕਸਰ ਭੁਲਾ ਦਿੱਤਾ ਜਾਂਦਾ ਹੈ। ਇਤਿਹਾਸਿਕ ਕਿਤਾਬਾਂ ਵਿੱਚ ਇੱਕ ਬਹੁਤ ਹੀ ਅਜੀਬ ਦ੍ਰਿਸ਼ ਦਾ ਜ਼ਿਕਰ ਮਿਲਦਾ ਹੈ। ਲੜਾਈ ਖਤਮ ਹੋਣ ਤੋਂ ਬਾਅਦ ਹੀਰਾ ਸਿੰਘ ਆਪਣੇ ਚਾਚੇ ਦੀ ਖੂਨ ਨਾਲ ਲੱਥਪੱਥ ਲਾਸ਼ ਕੋਲ ਗਿਆ ਤੇ ਉਸ ਉੱਤੇ ਡਿੱਗ ਕੇ ਫੁੱਟ-ਫੁੱਟ ਕੇ ਰੋਇਆ। ਸੋਚੋ, ਜਿਸ ਆਦਮੀ ਨੂੰ ਮਾਰਨ ਦਾ ਹੁਕਮ ਉਸਨੇ ਖੁਦ ਦਿੱਤਾ ਸੀ, ਉਸੇ ਲਈ ਹੰਝੂ ਵਹਾ ਰਿਹਾ ਸੀ। ਇਹ ਉਸ ਦੌਰ ਦੀ ਤਰਾਸਦੀ ਸੀ, ਇੱਕ ਅਜਿਹਾ ਘਰੇਲੂ ਯੁੱਧ ਜਿੱਥੇ ਕੁਰਸੀ ਬਚਾਉਣ ਲਈ ਆਪਣਿਆਂ ਨੂੰ ਹੀ ਮਾਰਨਾ ਪੈਂਦਾ ਸੀ। ਤਾਂ ਆਖਿਰ ਵਿੱਚ ਸਵਾਲ ਇਹੀ ਰਹਿ ਜਾਂਦਾ ਹੈ, ਸੱਤਾ ਦੇ ਇਸ ਅੰਨੀ ਦੌੜ ਵਿੱਚ ਅਸਲ ਕੀਮਤ ਕੀ ਹੁੰਦੀ ਹੈ? ਕੀ ਇਹ ਸਿਰਫ ਸੋਨਾ ਚਾਂਦੀ ਹੁੰਦੀ ਹੈ ਜਾਂ ਫਿਰ ਰਿਸ਼ਤੇ, ਪਰਿਵਾਰ ਤੇ ਇਨਸਾਨੀਅਤ? ਸੁਚੇਤ ਸਿੰਘ ਦੀ ਇਹ ਕਹਾਣੀ ਸਾਨੂੰ ਇਸੇ ਸਵਾਲ ਤੇ ਸੋਚਣ ਲਈ ਮਜਬੂਰ ਕਰਦੀ ਹੈ ਕਿ ਵੱਡੇ-ਵੱਡੇ ਸੁਪਨਿਆਂ ਦੀ ਅਸਲ ਮਨੁੱਖੀ ਕੀਮਤ ਕੀ ਹੁੰਦੀ ਹੈ।